ਜਿਹੜੇ ਬਹੁਤ ਹੀ ਸ਼ਾਰਟ ਨੋਟਿਸ ਤੇ ਤਾਂ ਪਹੁੰਚੇ ਹੋ, ਕਿਉਂਕਿ ਅੰਮ੍ਰਿਤਸਰ ਇਸ ਵੇਲੇ ਸਭ ਤੋਂ ਇੰਪੋਰਟੈਂਟ ਆ ਜਿਹੜਾ ਉਹ ਸੀਟ ਆ ਜਿਹੜੀ ਉਹ ਤੁਹਾਡੀ ਈਸਟ ਬਣੀ ਹੋਈ ਆ ਤੇ ਇਸ ਵੇਲੇ ਇੱਥੇ ਤੁਹਾਡੇ ਆਪ ਦੇ ਐਮਪੀ ਸਾਡੇ ਔਜਲਾ ਸਾਹਿਬ, ਸਤਿਕਾਰਯੋਗ ਕੁੱਕੂ ਜੀ, ਇੱਧਰ ਮੇਰੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹੇ ਮੇਰੇ ਯੂਥ ਕਾਂਗਰਸ ਦੇ ਪ੍ਰਧਾਨ, ਅਸੀਂ ਇਕੱਠੇ ਰਹੇ ਦਿਨੇਸ਼ ਬੱਸੀ ਜੀ, ਤੇ ਸਾਡੇ ਜ਼ਿਲ੍ਹੇ ਤੋਂ ਸਾਡੇ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਦੇ ਰਾਜੀਵ ਰਾਜਾ ਜੀ, ਸਾਰਿਆਂ ਨੂੰ ਅਸੀਂ ਤੁਹਾਡਾ ਧੰਨਵਾਦ ਅਸੀਂ ਕਰਦੇ ਹਾਂ। ਅੱਜ ਸਭ ਤੋਂ ਵੱਡੀ ਗੱਲ ਇਹ ਆ ਵੀ ਬੜਾ ਭਾਰੀ ਦੁੱਖ ਦੇ ਨਾਲ ਅੱਜ ਇਹ ਗੱਲ ਕਰਨ ਲੱਗੇ ਆ, ਜਿਸ ਤਰੀਕੇ ਨਾਲ ਬੀਜੇਪੀ ਈਡੀ ਨੂੰ ਤੇ ਸੀਬੀਆਈ ਨੂੰ ਤੇ ਸੈਂਟਰਲ ਏਜੰਸੀਜ਼ ਨੂੰ ਉਰੇ ਇੱਕ ਡਰ ਦਾ ਮਾਹੌਲ ਬਣਾਇਆ ਏ। ਆਪਣੇ ਸਾਰੇ ਹੀ ਜਿੰਨੇ ਵੀ ਉਹਨਾਂ ਦੇ ਕੈਂਡੀਡੇਟ ਨੇ, ਤਕਰੀਬਨ ਉਹਨਾਂ ਨੂੰ ਮੈਂ ਸਮਝਦਾ ਵੱਡੀ ਗਿਣਤੀ 'ਚ ਸੈਂਟਰਲ ਫੋਰਸਿਸ ਦੀਆਂ ਸਿਕਿਉਰਿਟੀਆਂ ਮੁਹੱਈਆ ਕਰਵਾਈਆਂ ਹੋਈਆਂ। ਇਹ ਅਸੀਂ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਕਮਿਸ਼ਨ ਨਾਲ ਵੀ ਗੱਲ ਕਰਾਂਗੇ। ਤਕਰੀਬਨ ਉਹੀ ਸੈਂਟਰਲ ਫੋਰਸਿਸ ਨੇ ਜਿਹੜੀਆਂ ਉਹ ਇਲੈਕਸ਼ਨ ਕਮਿਸ਼ਨ ਨੇ ਡਿਊਟੀਆਂ ਲਾਈਆਂ ਹੋਈਆਂ, ਤੇ ਜਿਹੜੇ ਕੈਂਡੀਡੇਟ ਲੜ ਰਹੇ ਆ ਉਹ ਤਕਰੀਬਨ ਹਰ ਜਗ੍ਹਾ ਵੱਧ ਤੋਂ ਵੱਧ ਉਹਨਾਂ ਦੇ ਵਿੱਚੋਂ ਹੀ ਜਿਹੜੀਆਂ ਫੋਰਸਿਸ ਨੇ ਉਹ ਕੱਢ ਕੇ ਬੀਜੇਪੀ ਨੇ ਆਪਣੇ ਕੈਂਡੀਡੇਟ ਆਪਣੇ ਲੀਡਰਾਂ ਨੂੰ ਦਿੱਤੀਆਂ, ਜਿਨ੍ਹਾਂ ਦਾ ਕੋਈ ਬਣਦਾ ਹੀ ਨਹੀਂ। ਅੰਨ੍ਹੇਵਾਹ ਮਿਸਯੂਜ਼ ਆ ਜਿਹੜੀ ਉਹ ਸੈਂਟਰਲ ਫੋਰਸਿਸ ਜਿਹੜਾ ਕਿ ਪੈਸਾ, ਜਿਨ੍ਹਾਂ ਨੂੰ ਕੋਈ ਥ੍ਰੈਟ ਨਹੀਂ, ਜਿਨ੍ਹਾਂ ਨੂੰ ਕੋਈ ਗੱਲ ਨਹੀਂ, ਕਿਸ ਲਈ ਕਿਉਂ ਦਿੱਤੀਆਂ ਜਾ ਰਹੀਆਂ, ਇਹਦਾ ਕਾਰਨ ਆ ਜਿਹੜਾ ਉਹ ਬੀਜੇਪੀ ਜ਼ਰੂਰ ਉਹਨਾਂ ਦੀ ਸਰਕਾਰ ਦੱਸੇ। ਕਿਹਨਾਂ ਤੋਂ ਖਤਰਾ ਤੇ ਕਿਉਂ ਇਸ ਮਾਤਰਾ 'ਚ ਦਿੱਤੀਆਂ ਜਾ ਰਹੀਆਂ ਹੈ। ਕਿਉਂ ਵੀ ਥ੍ਰੈਟ ਅਸੈਸਮੈਂਟ ਤੋਂ ਬਗੈਰ ਕਿਸੇ ਨੂੰ ਸਿਕਿਉਰਿਟੀ ਜਾਂ ਗਨਮੈਨ ਨਹੀਂ ਦਿੱਤੇ ਜਾ ਸਕਦੇ। ਇਲੈਕਸ਼ਨ ਕਮਿਸ਼ਨ ਖਾਸ ਤੌਰ ਤੇ ਜਿਹੜੇ ਪੰਜਾਬ 'ਚ ਤੁਸੀਂ ਲਿਸਟਾਂ ਵੀ ਦੇਖੀਆਂ ਹੋਣੀਆਂ, ਜਿਨ੍ਹਾਂ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਉਹ ਵਿਡਰਾਅ ਕੀਤੀ ਹੈ, ਚਾਹੇ ਕਾਂਗਰਸ ਦੇ ਮੰਤਰੀ ਹੋਣ, ਉਹਨਾਂ ਦੇ ਪਰਿਵਾਰ ਹੋਣ। ਤੇ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਦੇਖਣਾ ਚਾਹੀਦਾ ਵੀ ਕਿਸ ਕਰਕੇ ਐਡੀ ਵੱਡੀ ਗਿਣਤੀ 'ਚ ਕਰੋੜਾਂ ਰੁਪਈਆ ਇੱਕ ਦਿਨ ਦਾ ਖਰਚ ਕਰਕੇ ਸਿਰਫ ਬੀਜੇਪੀ ਦੇ ਕੈਂਡੀਡੇਟ ਵੀ ਅੱਗੇ ਡਰਾ ਸਕਣ, ਧਮਕਾ ਸਕਣ, ਆਪਣੀ ਤਾਕਤ ਬਣਾ ਸਕਣ। ਇਸ ਕਰਕੇ ਉਦੋਂ ਵੱਡੀ ਜਿਹੜੀ ਮੈਂ ਅੱਜ ਜ਼ਰੂਰੀ ਜਿਹਦੇ ਕਰਕੇ ਪ੍ਰੈਸ ਕਾਨਫਰੰਸ ਸੱਦੀ ਆ ਸੀ, ਜੋ ਇੱਕ ਦਲਿਤ ਚਿਹਰਾ, ਇੱਕ ਕਾਂਗਰਸ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਤੋਂ, ਜਿਨ੍ਹਾਂ ਦੇ ਪਰਿਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਰਹਿੰਦਾ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ, ਇੱਕ ਪੱਗ ਵਾਲੇ ਕਾਂਗਰਸ ਪਾਰਟੀ ਨੇ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰੱਖੇ, 10 ਸਾਲ। ਤੇ ਉਹਨਾਂ ਨੇ, ਮੈਂ ਸਮਝਦਾ ਕਿਸੇ ਵੀ ਵਰਲਡ ਲੈਵਲ ਤੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ, ਐਜ਼ ਏ ਫਾਈਨਾਂਸ ਮਿਨਿਸਟਰ ਵੀ ਪਹਿਲਾਂ, ਐਜ਼ ਏ ਪ੍ਰਾਈਮ ਮਿਨਿਸਟਰ ਵੀ। ਇਹ ਕੱਲੀ ਕਾਂਗਰਸ ਪਾਰਟੀ ਹੈ। ਦੂਜਾ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਦੇਸ਼ ਦਾ ਫੈਸਲਾ ਕਾਂਗਰਸ ਪਾਰਟੀ ਨੇ, ਸ਼੍ਰੀ ਰਾਹੁਲ ਗਾਂਧੀ ਜੀ ਨੇ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ, ਕਦੇ ਕਿਸੇ ਪਾਰਟੀ ਨੇ ਇੱਕ ਆਮ ਗਰੀਬ ਪਰਿਵਾਰ ਦਾ ਨੌਜਵਾਨ, ਥੋੜਿਆਂ ਚੋਂ ਸਾਰਿਆਂ ਚੋਂ ਬੜੇ ਬੜੇ ਪਰਿਵਾਰਾਂ ਦੇ ਮੁੱਖ ਮੰਤਰੀ ਬਣਦੇ ਸੀ, ਬੜੇ ਬੜੇ ਘਰਾਣਿਆਂ ਦੇ ਮੁੱਖ ਮੰਤਰੀ ਬਣਦੇ ਸੀ, ਪਰ ਇੱਕ ਜਿਹੜਾ ਲੋਕ ਸਾਡਾ ਚੰਨੀ, ਆਪਣਾ ਚੰਨੀ ਅੱਜ ਉਹਨੂੰ ਕਹਿੰਦੇ ਆ,
ਤੇ ਉਹ ਇੱਕ ਦਲਿਤ, ਇੱਕ ਗਰੀਬ ਆਮ ਘਰ ਦਾ ਮੁੱਖ ਮੰਤਰੀ, ਉਹ ਤੁਹਾਡੇ ਜੇ ਉਹਨੇ ਜ਼ਿੰਮੇਵਾਰੀ ਲੈ ਲਈ, ਇਹ ਸਾਡਾ ਕਸੂਰ ਆ ਵੀ ਚਰਨਜੀਤ ਚੰਨੀ ਜੇ ਮੁੱਖ ਮੰਤਰੀ ਸੀ ਤੇ ਤੁਹਾਡੀਆਂ ਕੁਰਸੀਆਂ ਨਹੀਂ ਭਰੀਆਂ? ਜੇ ਤੁਸੀਂ ਵਾਪਸ ਮੁੜੇ ਤੇ ਉਹ ਬਦਲਾ ਲੈ ਰਹੇ ਹੋ ਚਰਨਜੀਤ ਚੰਨੀ ਤੋਂ। ਅੱਜ ਉਹਨਾਂ ਦੇ ਰਿਸ਼ਤੇਦਾਰ ਹਨੀ, ਜਿਹਨੂੰ ਅੱਜ ਵੀ 14 ਦਿਨ ਤੇ ਰਿਮਾਂਡ ਤੇ ਗਏ ਨੇ, 4 ਤਰੀਕ ਨੂੰ ਮੇਰੀ ਖਿਆਲ ਫਰਵਰੀ ਨੂੰ ਉਹਨਾਂ ਨੂੰ ਫੜਿਆ ਸੀ। ਕਿਸ ਤਰੀਕੇ ਨਾਲ ਇਹ ਪ੍ਰੂਵ ਕਰਾਂਗੇ ਅਸੀਂ ਆਉਣ ਵਾਲੇ ਦਿਨਾਂ 'ਚ? ਸਾਰੀਆਂ ਗੱਲਾਂ ਬਣਾ ਕੇ ਕਦੇ ਕੁਛ ਮੀਡੀਆ ਨੂੰ ਲੀਕ ਕਰਤਾ ਦਿੱਲੀੋਂ, ਕਦੇ ਕੁਛ ਲੀਕ ਕਰਤਾ, ਤੇ ਉਹਦਾ ਵਾਰ-ਵਾਰ ਰਿਮਾਂਡ ਮੰਗਦੇ ਰਹੇ ਆ। ਅੱਜ ਸਾਨੂੰ ਪਤਾ ਲੱਗਿਆ ਜਿਸ ਤਰੀਕੇ ਨਾਲ ਉਹਦੇ ਨਾਲ ਇੰਟਰੋਗੇਸ਼ਨ ਹੋਈ ਆ, ਉਹਨੂੰ ਮੂਹਰੇ ਨਹੀਂ ਆਉਣ ਦੇ ਰਹੇ, ਜਿਸ ਤਰੀਕੇ ਨਾਲ ਸਰੀਰ ਤੇ ਉਹਦੇ ਨਿਸ਼ਾਨ ਨੇ, ਜੋ ਉਹਦੇ ਸਰੀਰ ਤੇ ਕਰੰਟ ਲਾਇਆ ਗਿਆ, ਜੋ ਉਹਦੇ ਨਾਲ ਮੈਂ ਸਮਝਦਾ ਜਾਨਵਰਾਂ ਤੋਂ ਵੀ ਬਦਤਰ ਬੋਰੀਆਂ 'ਚ ਪਾ ਉਹਨੂੰ ਕੁੱਟਦੇ ਰਹੇ ਆ, ਵੀ ਪਛਾਣ ਨਾ ਹੋ ਸਕੇ ਵੀ ਈਡੀ ਦਾ ਕਿਹੜਾ ਅਫਸਰ ਉਹਨੂੰ ਕੁੱਟ ਰਿਹਾ। ਇੰਨੀ ਦੁਰਦਸ਼ਾ, ਇੰਨੀ ਨਫ਼ਰਤ ਇੱਕ ਗਰੀਬ ਤੋਂ। ਫਿਰ ਕੀ ਹੋਇਆ ਜੇ ਉਹ ਗਰੀਬ ਪਰਿਵਾਰ, ਐਸਸੀ ਪਰਿਵਾਰ ਤੋਂ ਸੀ? ਇਹ ਗੁੱਸਾ ਤੁਸੀਂ ਆਰਐਸਐਸ ਵਾਲਿਆਂ ਨੂੰ ਮੈਂ ਜਵਾਬ ਪੁੱਛਣਾ ਚਾਹੁੰਦਾ। ਇਹ ਤੁਸੀਂ ਗੱਲ ਕਰਦੇ ਹੋ ਆਮ ਬੰਦੇ ਦੀ? ਅੱਜ ਮੈਂ ਸਮਝਦਾ ਇੰਨਾ ਮਨ ਭਰਿਆ ਹੋਇਆ ਜਦੋਂ ਉਸ ਨੌਜਵਾਨ ਨੂੰ ਕੁਝ ਲੋਕ ਮਿਲਣਗੇ, ਦੇਖਣਗੇ, ਤੇ ਲਗਾਤਾਰ ਅੱਜ ਠੰਡ 'ਚ 10-10 ਦਿਨ ਹੋ ਗਏ, ਉਹਨੂੰ ਕੋਈ ਕੱਪੜਾ ਨਹੀਂ ਦਿੰਦੇ, ਉਹਨੂੰ ਕੋਈ ਰਜਾਈ ਨਹੀਂ ਦਿੰਦੇ ਰਾਤ ਨੂੰ ਠੰਡ 'ਚ। ਇਹ ਗੱਲਾਂ ਇਹ ਕੋਈ ਮਨੁੱਖਤਾ ਤੁਸੀਂ ਕਰਨ ਕੀ ਲੱਗੇ? ਐਡਾ ਗੁੱਸਾ ਤੁਹਾਨੂੰ ਪ੍ਰਾਈਮ ਮਿਨਿਸਟਰ ਦੀ ਰੈਲੀ ਨਹੀਂ ਵਾਪਸ ਮੁੜ ਗਿਆ? ਕਦੇ ਅੱਜ ਤੱਕ ਐਸਪੀਜੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ, ਹੋਮ ਮਿਨਿਸਟਰੀ ਨੂੰ, ਕਦੇ ਪ੍ਰਾਈਮ ਮਿਨਿਸਟਰ 120 ਕਿਲੋਮੀਟਰ ਸਫ਼ਰ ਗੱਡੀ 'ਚ ਕੀਤਾ ਕਦੇ ਕਿਤੇ? ਤੁਸੀਂ ਕਿਉਂ ਅੱਗੇ ਲੈ ਕੇ ਗਏ ਜਦੋਂ ਤੁਹਾਨੂੰ ਪਤਾ ਸੀ ਕੁਰਸੀਆਂ ਖਾਲੀ ਨੇ, ਰਾਹ 'ਚੋਂ ਮੋੜਨਾ ਪਿਆ? ਤੇ ਇੱਕੋ ਗਰੀਬ ਤੇ ਗੁੱਸਾ ਲਾਈ ਜਾਂਦੇ ਹੋ। ਪੈਸੇ ਲਿਆ ਕੇ ਤੁਸੀਂ ਦਿਖਾਓ ਕਿੱਥੋਂ ਪੈਸੇ ਲੱਭੇ ਆ। ਪੈਸੇ ਲਿਆ ਕੇ ਇੱਕ ਫੋਟੋ ਦਿਖਾ ਕੇ ਸਿੱਟਤੀ ਉਹਦੇ ਘਰੇ ਪੈਸੇ ਰੱਖ ਕੇ। ਅੱਜ ਉਹਨੂੰ ਕਦੇ ਕਿੰਨੇ 100 ਕਰੋੜ ਦੀ ਗੱਲ ਕਰਦੇ ਹੋ, ਕਦੇ ਕੁਛ ਕਰਦੇ ਹੋ। ਕੋਰਟ ਨੇ ਵੀ ਇਹ ਕਿਹਾ ਵੀ ਜੋ ਕੁਝ ਤੁਸੀਂ ਉਹਨੇ ਤੁਹਾਨੂੰ ਦੱਸਣਾ ਸੀ ਜਾਂ ਤੁਸੀਂ ਉਹ ਤੋਂ ਜੋ ਕਹਾਉਣਾ ਸੀ ਕਹਾ ਤਾਂ ਲਿਆ। ਨਾ ਉਹਨੂੰ ਕੋਈ ਨਹਾਉਣ ਦਾ ਪਾਣੀ, ਨਾ ਉਹਦੇ ਨਾਲ ਇੰਨਾ ਤਸ਼ੱਦਦ ਕਦੇ ਦੇਖਿਆ ਨਹੀਂ ਸੀ। ਪਰ ਅੱਜ ਤੁਹਾਡੇ ਮੂਰੇ, ਇਹ ਪ੍ਰੈਸ ਦੇ ਮੂਰੇ, ਇਹ ਦੁੱਖ ਆ, ਇਹ ਦਰਦ ਆ, ਅੱਜ ਰੱਖਣ ਲੱਗੀ। ਕਿਤੇ ਵੀ ਦੇਖੋ ਯਾਰ, ਇਹ ਬੀਜੇਪੀ, ਇਹ ਸਰਕਾਰ ਕਰ ਕੀ ਰਹੀ ਆ? ਜੇ ਕਿਤੇ ਐਸੀ ਪਰਿਵਾਰ ਨੇ ਮੱਧ ਪ੍ਰਦੇਸ਼ ਜੇ ਕਿਸੇ ਘੋੜੇ ਤੇ ਚੜ ਗਿਆ ਵਿਆਹ ਕਰਾਉਣ, ਤੇ ਉਹਦਾ ਦੁਰਦਸ਼ਾ ਕੀਤੀ। ਇਹ ਬੀਜੇਪੀ ਦੀ ਵੀ ਕਿਵੇਂ ਇੱਕ ਐਸਸੀ ਆ ਜਿਹੜਾ ਉਹ ਘੋੜੇ ਤੇ ਚੜ ਕੇ ਜਾਊਗਾ ਵਿਆਹ ਕਰਾਉਣ? ਜੇ ਨੌਦੀਪ ਕੌਰ ਨੇ ਜਾਂ ਇੱਕ ਹੋਰ ਨੌਜਵਾਨ ਨੇ ਕਿਸਾਨਾਂ ਦੀ ਆ ਕੇ ਮਦਦ ਕਰਤੀ, ਤੇ ਤੁਸੀਂ ਉਹਨੂੰ ਜਾ ਕੇ ਕੁੱਟੋਗੇ? ਤੁਸੀਂ ਆਪ ਦਾ ਜਿਹਨੇ 4 ਤੋਂ 5 ਜਿਹੜਾ ਇਹਨਾਂ ਦਾ ਮੰਤਰੀ ਹੋਮ ਮਿਨਿਸਟਰ, ਉਹਦੇ ਮੁੰਡੇ ਨੇ ਜਿਹੜੇ ਲਤੜ ਕੇ ਦਗੜ ਕੇ ਮਾਰਤੇ ਲੋਕ, ਉਹਨੂੰ ਤਾਂ ਤੁਸੀਂ ਬੇਲ ਦੇਤੀ। ਉਹਦਾ ਬਾਹਰ ਅੱਜ ਫਿਰਦਾ, ਤੁਸੀਂ ਕੁਝ ਦਿੱਤਾ ਪੁਲਿਸ ਦੇ ਮੂਹਰੇ, ਕੋਈ ਪ੍ਰੂਫ ਨਹੀਂ ਰੱਖੇ ਪੁਲਿਸ ਨੇ। ਤੇ ਇਹ ਕਹਾਣੀ ਉਹ ਤੁਸੀਂ ਇਲੈਕਸ਼ਨਾਂ ਤੱਕ ਉਹਨੂੰ ਅੰਦਰ ਰੱਖਣਾ ਚਾਹੁੰਦੇ ਆ, ਉਹਦਾ ਚਿਹਰਾ ਮੂਹਰੇ ਨਾ ਆ ਜੇ ਲੋਕਾਂ ਮੂਹਰੇ। ਇਹਦਾ ਮਤਲਬ ਇਹੀ ਆ ਵੀ ਉਹਨਾਂ ਚਿਰ ਉਹ ਸੱਚਾਈ ਨਾ ਬੋਲ ਸਕੇ, ਉਹਨੂੰ ਉਹਨਾਂ ਚਿਰ ਜੇਲ੍ਹ 'ਚ ਡੱਕ ਕੇ ਰੱਖੀਏ ਵੀ ਮੇਰੇ ਨਾਲ ਕੀ ਕੀ ਹੋਇਆ। ਪਰ ਅੱਜ ਜੇ ਉਸ ਨੌਜਵਾਨ ਨੂੰ, ਇੱਕ ਐਸਸੀ ਪਰਿਵਾਰ ਦੇ ਗਰੀਬ ਨੂੰ, ਜੇ ਉਹਨੂੰ ਕੁਝ ਹੁੰਦਾ, ਜੇ ਉਹਦੀ ਬਾਅਦ 'ਚ ਬਾਹਰ ਆ ਕੇ ਕੋਈ ਐਸੀ ਉਹਨੂੰ ਬਿਮਾਰੀ, ਜੇ ਉਹਨੂੰ ਕੋਈ ਕੱਲ ਨੂੰ ਉਸ ਬਿਮਾਰ ਠਮਾਰ ਕੁਝ ਢਿੱਲਾ ਹੁੰਦਾ, ਕਿਉਂਕਿ ਉਹਨੂੰ ਨਾ ਮੰਜਾ, ਨਾ ਬਿਸਤਰਾ, ਰਜਾਈ, ਸਾਰਾ ਕੁਝ ਉਹਨੂੰ ਠੰਡੇ ਫਰਸ਼ ਤੇ ਪਾਇਆ ਜਾ ਰਿਹਾ। ਇਹ ਕਿਹਾ ਜਾਂਦਾ ਏ ਵੀ ਤੇਰੀ ਜਗ੍ਹਾ ਇਹ ਆ, ਤੇਰੀ ਥਾਂ ਇਹ ਆ। ਯਾਰ ਕਿਹੜੇ ਯੁੱਗ 'ਚ ਆ ਗਏ ਆਪਾਂ ਜਾਤ ਪਾਤ ਦੀਆਂ ਗੱਲਾਂ ਕਰਾਂਗੇ? ਇਹ ਅੱਜ ਖਾਸ ਤੁਹਾਡੇ ਮੂਹਰੇ ਗੱਲ ਰੱਖਣੀ ਸੀ
ਵੀ ਉਸ ਨੌਜਵਾਨ ਨੂੰ ਜਿਹੜਾ ਲੋਕ ਪਿਆਰ ਕਰਦੇ ਆ ਆਪਣਾ ਚੰਨੀ ਮਸਲੇ ਹੱਲ ਕਰਦਾ ਚੰਨੀ ਜੇ ਕਹਿੰਦੇ ਆ ਇਹਨਾਂ ਦੇ ਅੰਦਰ ਅੱਗ ਲੱਗੀ ਪਈ। ਬਿੱਟੂ ਜੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਚੰਨੀ ਨੂੰ ਸੀਐਮ ਫੇਸ ਹੋਣ ਕਰਕੇ ਦਲਿਤ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਔਰ ਜਿਹੜੇ ਪੈਸੇ ਸੀ ਇਹ ਭਾਜਪਾ ਨੇ ਪਲਾਂਟ ਕੀਤੇ, ਕੇਂਦਰ ਸਰਕਾਰ ਨੇ ਪਲਾਂਟ ਕੀਤੇ ਨੇ ਟਾਰਗੇਟ ਕਰਨ ਦੇ ਲਈ ਜੀ। ਮੈਨੂੰ ਇਹ ਦੱਸੋ ਜਿੱਥੇ ਜਿੱਥੇ ਬੀਜੇਪੀ ਇਲੈਕਸ਼ਨ ਹੁੰਦੀ ਆ ਉੱਥੇ ਹੀ ਕਿਉਂ ਜਾਂਦੀ ਆ? ਕਦੇ ਪਹਿਲਾਂ ਤੁਸੀਂ ਦੱਸ ਦਿਓ ਕਦੇ ਈਡੀ ਦੀ ਕਿਸੇ ਨੇ ਨਾਂ ਵੀ ਸੁਣਿਆ ਸੀ? ਕਦੇ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ ਹੈ ਕਾਂਗਰਸ ਦੀ, ਕਦੇ ਸੁਣਿਆ ਸੀ ਈਡੀ? ਬੀਜੇਪੀ ਦਾ ਨਾਂ ਹੀ ਈਡੀ ਤੇ ਸੀਬੀਆਈ ਆ। ਜਿੱਥੇ ਇਲੈਕਸ਼ਨ ਲੜਨ ਜਾਂਦੇ ਆ ਸਾਰੇ ਰਿਸ਼ਤੇਦਾਰਾਂ ਨੂੰ, ਚਾਹੇ ਮਮਤਾ ਬਨਰਜੀ ਸੀ ਉਹਦੇ ਭਰਾ ਦੇ ਬੇਟੇ ਤੇ ਜਿਹੜਾ ਮੈਂਬਰ ਪਾਰਲੀਮੈਂਟ ਆ ਸਾਡੇ ਨਾਲ, ਉਹ ਤੇ ਕਿਉਂ ਈਡੀ ਦਾ ਛਾਪਾ ਪਿਆ? ਇਲੈਕਸ਼ਨ ਤੋਂ ਬਾਅਦ ਉਹਨੂੰ ਕਦੇ ਕਿਉਂ ਨਹੀਂ ਫੜਿਆ ਜੀ? ਉਹ ਕਿੱਥੇ ਗਿਆ ਕੇਸ? ਇਲੈਕਸ਼ਨ ਤੋਂ ਬਾਅਦ ਉਹਨੂੰ ਕਿਉਂ ਨਹੀਂ ਕਦੇ ਬੁਲਾਇਆ? ਯੂਪੀ ਦੇ ਵਿੱਚ ਗਏ, ਉੱਥੋਂ ਪੈਸੇ ਕੱਢ ਲਏ, ਕਿਤੋਂ ਵੱਡੀ ਸਟੇਟ ਆ ਉੱਥੇ ਉਸ ਹਿਸਾਬ ਨਾਲ 100 ਕਰੋੜ ਕੱਢ ਲਿਆ। ਇਹ ਦੇਖਿਆ ਵੀ ਇਹ ਤਾਂ ਐਸਸੀ ਪਰਿਵਾਰ ਗਰੀਬ ਪਰਿਵਾਰ ਆ, ਜੇ ਬਾਹਲਾ ਪੈਸਾ ਰੱਖਾਂਗੇ ਤਾਂ ਉਹਦੇ ਨਾਲ ਇਹ ਲੱਗੂਗਾ ਵੀ ਇਹ ਝੂਠ ਆ। ਉਹਨਾਂ ਕੁ ਪੈਸਾ 5 ਕਰੋੜ ਲਿਆ ਕੇ ਉਹਦੇ ਘਰੇ ਰੱਖਤਾ। ਲਗਾਤਾਰ ਜਿਹੜਾ ਇਹ ਚੰਨੀ ਦਾ ਤਾਂ ਮੁੱਖ ਮੰਤਰੀ ਚਿਹਰਾ ਇਹਨਾਂ ਤੋਂ ਬਰਦਾਸ਼ਤ ਹੀ ਨਹੀਂ ਹੋ ਰਿਹਾ ਵੀ ਇਹ ਲੋਕਾਂ ਦੇ ਵਿੱਚ ਲੋਕ ਇਹਨੂੰ ਆਪਣਾ ਕਿਉਂ ਸਮਝ ਰਹੇ ਆ। ਪਰ ਨਹੀਂ ਇਹ ਹੋਣਾ ਮੋਦੀ ਸਾਹਿਬ, ਇਹ ਨਹੀਂ ਹੋਣਾ। ਬਿੱਟੂ ਸਾਹਿਬ ਮੰਨ ਕੇ ਚੱਲਦੇ ਹੋ ਕਿ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ, ਚਾਹੇ ਉਹ ਈਡੀ ਹੈ, ਚਾਹੇ ਇਨਕਮ ਟੈਕਸ ਹੈ, ਚਾਹੇ ਜਿੰਨੀਆਂ ਵੀ ਏਜੰਸੀਆਂ। ਮੈਂ ਕਹਿੰਦਾ ਇਹ ਜੇ ਛਾਪੇ ਸੀ, ਚਰਨਜੀਤ ਚੰਨੀ 4 ਸਾਲ ਪਹਿਲਾਂ ਵੀ ਮੰਤਰੀ ਸੀ, ਚਰਨਜੀਤ ਚੰਨੀ 4 ਮਹੀਨੇ ਚੀਫ ਮਿਨਿਸਟਰ ਸੀ ਪਹਿਲਾਂ, ਉਦੋਂ ਪਹਿਲਾਂ ਸੀਐਲਪੀ ਲੀਡਰ ਸਾਡੇ ਕਾਂਗਰਸ ਦੇ ਰਹੇ ਆ। ਇਸ ਦਿਨਾਂ 'ਚ ਕੀ ਹੋ ਗਿਆ ਸੀ? ਇਹ ਇਲੈਕਸ਼ਨਾਂ ਤੋਂ ਜਦੋਂ ਮੋਦੀ ਸਾਹਿਬ ਵਾਪਸ ਮੁੜ ਗਏ, ਕਿਸਾਨਾਂ ਨੇ ਨਹੀਂ ਵੜਨ ਦਿੱਤੇ, ਤੇ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਗੁੱਸਾ ਹੈ ਜਿਹੜਾ ਉਹ ਚੰਨੀ ਦੇ ਤੁਸੀਂ ਬੱਚਿਆਂ ਨਾਲ ਕੱਢੋਗੇ। ਇੱਕ ਰਿਸ਼ਤੇਦਾਰ ਨੂੰ ਤੁਸੀਂ ਜਿਹੜਾ ਇਹ ਉਹ ਮਤਲਬ ਇਸ ਤਰੀਕੇ ਨਾਲ ਤੁਸੀਂ ਉਹਦਾ ਹਾਲ ਕਰੋਗੇ। ਤੁਸੀਂ ਬਾਹਰ ਜਦੇ ਉਹ ਬਾਹਰ ਆਊ ਤਾਂ ਦੱਸੋ ਆਪਣਾ ਦਰਦ। ਉਹਨੂੰ ਤਾਂ ਬਾਹਰ ਨਹੀਂ ਆਉਣ ਦਿੰਦੇ। ਜਦੀ ਕਿਹੜਾ ਐਸਾ ਉਹਨੇ ਕੀ ਕਰਤਾ ਜਿਹੜਾ ਰਿਮਾਂਡ ਤੇ ਰਿਮਾਂਡ ਤੁਸੀਂ ਲੈ ਰਹੇ ਹੋ? ਕੋਰਟ ਨੇ ਵੀ ਇਹ ਕਹਿਤਾ ਵੀ ਨਹੀਂ ਦੇਣਾ ਤੁਹਾਨੂੰ। ਤੇ ਇਸ ਕਰਕੇ ਇਹ ਤਾਂ ਪੂਰਾ ਇਹ ਐਡਾ ਵੱਡਾ ਤਾਲਿਬਾਨ ਜਿਹੜਾ ਰਾਜ ਆ ਉਹ ਆਪ ਇਹ ਮੋਦੀ ਸਾਹਿਬ ਚਲਾ ਰਹੇ ਨੇ। ਬਿੱਟੂ ਜੀ ਦੋਸ਼ ਲੱਗਦੇ ਸੀ ਕੈਪਟਨ ਸਾਹਿਬ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਦਿੱਲੀ ਦੇ ਕੇ ਆਏ ਸੀ, ਤੁਸੀਂ ਲੱਗਦੇ ਕਿ ਇਹ ਵੀ ਉਹਨਾਂ ਨਾਲ ਸੰਬੰਧਿਤ ਹੋ ਸਕਦੇ ਸੀ? ਨਹੀਂ, ਕੈਪਟਨ ਸਾਹਿਬ ਤਾਂ ਚਲੋ ਕੈਪਟਨ ਸਾਹਿਬ ਤਾਂ ਆਪ ਵਰਤੇ ਜਾ ਰਹੇ ਆ ਉਹਨਾਂ ਤੋਂ। ਕੈਪਟਨ ਸਾਹਿਬ ਕੀ ਫਾਈਲਾਂ ਦੇਣਗੇ ਕਿਸੇ ਨੂੰ? ਕੈਪਟਨ ਸਾਹਿਬ ਤਾਂ 4 ਸਾਲ ਆਪ ਉਹਨਾਂ ਦੇ ਇਸੇ ਈਡੀ ਦੇ ਸਾਰੇ ਪਰਿਵਾਰ ਤੇ ਈਡੀ ਦਾ ਕੇਸ ਤੱਕ ਨਹੀਂ ਹੈ। ਅੱਜ ਫਿਰ ਈਡੀ ਨੂੰ ਜੇ ਉਹਨਾਂ ਤੇ ਕੇਸ ਸੀ, ਅੱਜ ਉਹਨਾਂ ਨੂੰ ਕਿਉਂ ਨਹੀਂ ਫੜਿਆ? ਇਹ ਹਨੀ ਨੂੰ ਕਿਉਂ ਫੜਿਆ? ਇਹ ਐਸਸੀ ਆ, ਗਰੀਬ ਆ, ਤੇ ਕੈਪਟਨ ਅਮਰਿੰਦਰ ਸਿੰਘ ਮਹਾਰਾਜੇ ਪਰਿਵਾਰ ਦਾ ਏ ਤੇ ਤੁਹਾਡੇ ਨਾਲ ਰਲਿਆ ਏ, ਤੁਸੀਂ ਉਹਦੇ ਮੁੰਡੇ ਨੂੰ ਕਿਉਂ ਨਹੀਂ ਹੱਥ ਲਾਉਂਦੇ? ਉਹਦੇ ਵੀ ਤਾਂ ਈਡੀ ਦੇ ਕੇਸ ਨੇ। ਈਡੀ ਦੇ ਕੇਸ ਨੇ ਜਿਹੜੇ ਉਹ ਤੁਹਾਡੇ ਕੈਂਡੀਡੇਟ ਮਜੀਠੀਏ ਤੇ ਵੀ ਨੇ, ਉਹਨੂੰ ਕਿਉਂ ਨਹੀਂ ਹੱਥ ਲਾਇਆ ਬੀਜੇਪੀ ਨੇ? ਤੁਸੀਂ ਅੰਦਾਜ਼ਾ ਲਾਓ ਨਾ ਵੀ ਪੰਜਾਬ 'ਚ ਜਿਹੜੇ ਗਰੀਬ ਆਦਮੀ ਆ, ਇੱਕ ਜਿਹੜਾ ਲੋਕਾਂ ਦਾ ਹਰਮਨ ਪਿਆਰਾ ਏ, ਉਹਨੂੰ ਹੀ ਤੁਸੀਂ ਹੱਥ ਲਾ ਰਹੇ ਹੋ। ਉਹ ਵੀ ਬੱਚੇ ਨੂੰ, ਇੱਕ ਨੂੰ ਯਾਰ, ਉਹਨੂੰ ਤੁਸੀਂ ਉਹਦੇ ਨਾਲ ਉਹ ਕੁਛ ਕਰ ਰਹੇ ਹੋ ਜਿਹੜਾ ਕਿ ਉਸ ਦੁਬਾਰਾ ਮੈਂ ਹੈਰਾਨ ਆ ਤੁਹਾਨੂੰ। ਮੈਂ ਇਹ ਦੱਸ ਤੁਹਾਡੇ ਉਹ ਆਪਣੀ ਜ਼ਿੰਦਗੀ 'ਚ ਅਨਫਿਟ ਹੋ ਗਿਆ। ਇਸ ਤਰੀਕੇ ਨਾਲ ਉਹਨੂੰ ਤਸੀਹੇ ਦਿੱਤੇ ਆ ਜਿਵੇਂ ਕਿ ਬਹੁਤ ਵੱਡੇ ਕਿਸੇ ਟੈਰਰਿਸਟ ਨੂੰ ਉਸ ਤਰੀਕੇ ਨਾਲ ਉਹਨੂੰ ਇੰਟੈਰੋਗੇਟ ਕਰ ਅੱਜ ਉਹ ਮੈਂਟਲੀ ਜਿਹੜਾ ਸਤਾਰਾ ਉਹ ਵੀ ਉਹਦਾ ਖੋ ਸਕਦਾ। ਤੁਸੀਂ ਦੇਖੋਗੇ ਬਾਹਰ ਆ ਕੇ ਇਸ ਤਰੀਕੇ ਨਾਲ ਉਹਨੂੰ ਮਤਲਬ ਬਿਲਕੁਲ ਜਿਹੜੇ ਉਹਦੇ ਰਿਸ਼ਤੇਦਾਰ ਨੇ, ਕੁਝ ਮਿਲਣ ਦਾ ਟਾਈਮ ਮਿਲਿਆ ਜਦੋਂ ਆ ਤਰੀਕਾ ਤੇ ਆਇਆ, ਉਹ ਦਿਖਾਇਆ ਉਹਨੇ ਸਾਰਾ ਕੁਝ। ਮੁੱਖ ਮੰਤਰੀ ਸਾਹਿਬ ਇਸ ਉੱਪਰ ਕਿਉਂ ਪ੍ਰਤੀਕਿਰਿਆ ਕਿਉਂ ਨਹੀਂ ਦੇ ਰਹੇ? ਮੁੱਖ ਮੰਤਰੀ ਤੁਹਾਨੂੰ ਲੱਗਦਾ ਤੁਸੀਂ ਚਲੋ ਗੱਲ ਕੀਤੀ ਜਿਹੜੇ ਨੇ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਤੇ ਗੱਲ ਨਹੀਂ ਕਰਨੀ ਚਾਹੀਦੀ? ਫਿਰ ਸਾਰੇ ਇੰਡੀਆ 'ਚ ਜਾਂਦੀ ਗੱਲ ਹੈ। ਨਹੀਂ, ਇਹ ਤਾਂ ਸ਼ੁਰੂਆਤ ਅੱਜ ਤੁਹਾਡੇ ਮੂਹਰੇ, ਇਹ ਤਾਂ ਰੋਜ਼ ਹੀ ਹੋਣੀ ਆ। ਮੈਂ ਕਿਹਾ ਜੀ ਹਜੇ ਤਾਂ ਅੱਜ ਸਭ ਤੋਂ ਪਹਿਲਾਂ ਅੱਜ ਜਦੋਂ ਫੇਰ 14 ਦਿਨ ਤੇ ਗਏ ਆ, ਉਦੋਂ ਬਾਅਦ ਅਸੀਂ ਇਹ ਗੱਲ ਤੁਹਾਡੇ ਮੂਹਰੇ ਰੱਖੇ ਆ। ਇਹ ਤਾਂ ਗੱਲ ਅਸੀਂ ਪੂਰੀ ਸਿਖਰ ਤੇ ਹੋਰ ਸਾਡੇ ਕੋਲ ਰਹਿ ਕੀ ਗਿਆ? ਇਲੈਕਸ਼ਨ ਕਮਿਸ਼ਨ ਹੈ। ਤੁਹਾਨੂੰ ਕੀ ਲੱਗਦਾ ਕਿ ਹਨੀ ਨੂੰ ਟਾਰਗੇਟ ਕਰਕੇ ਸੀਐਮ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ? ਉਹਨਾਂ ਦੀ ਵੀ ਗ੍ਰਿਫਤਾਰੀ ਦੀ ਗੱਲ ਈਡੀ ਤੁਹਾਨੂੰ ਕਿਤੇ ਨਾ ਕਿਤੇ
ਸ਼ੱਕ ਜ਼ਾਹਰ ਹੁੰਦਾ ਹੈ। ਇਹ ਇੱਕ ਮਿੰਟ, ਇਹ ਔਜਲਾ ਸਾਹਿਬ ਵੀ ਦੇਣਗੇ। ਇਹ ਪੂਰਾ ਹਿਸਾਬ ਲਾਇਆ ਜਾ ਰਿਹਾ, ਪੂਰਾ ਹਿਸਾਬ ਬਹੁਤ ਵੱਡੇ। ਅਸੀਂ ਵੀ ਦਿੱਲੀ 'ਚ ਦੋਨੋਂ MP ਆ, ਸਾਡੇ ਵੀ ਜਿੱਥੇ ਪਾਰਲੀਮੈਂਟ 'ਚ ਇਹ ਬਹਿੰਦੇ ਅਸੀਂ ਵੀ ਉੱਥੇ ਬਹਿਨੇ ਆ। ਇਹ ਪੂਰਾ ਵੱਡੀਆਂ ਏਜੰਸੀਆਂ ਵੱਡੇ ਇਹਨਾਂ ਦੇ ਪਲਾਨ ਜਿਹੜੇ ਕਰਦੇ ਆ ਉਹ ਦੇਖਣ ਲੱਗੇ ਹੋਏ ਆ ਵੀ ਕੀ ਇਹ ਸਾਰਾ ਕੁਝ ਕਰਨ ਦਾ, ਬਾਹਰ ਖੋਲਣ ਦਾ ਸਾਰਾ ਕੁਝ ਜੋ ਵੀ ਇਹਨਾਂ ਨੇ ਧੱਕੇ ਨਾਲ ਉਹ ਤੋਂ ਕਰਵਾਇਆ, ਕਰੰਟ ਲਾ ਜੋ ਉਹਦੇ ਤੁਹਾਨੂੰ ਮੈਂ ਦੱਸਿਆ ਵੀ ਉਹਨੂੰ ਨੰਗਾ ਬਾਹਰ ਪਾ ਜੋ ਕੁਛ ਨਹੀਂ, ਇੰਟਰੋਗੇਸ਼ਨ ਹੈ ਘੰਟੇ ਦੇ ਘੰਟੇ ਉਹਨੂੰ ਲਾਈਟਾਂ ਉਹਦੇ ਪਾ ਕੇ ਜਗਾ ਕੇ ਰੱਖਿਆ। ਮੈਂ ਤਾਂ ਹੀ ਕਹਿੰਦਾ ਵੀ ਮੈਂਟਲੀ ਜਿਹੜਾ ਉਹਦਾ ਹਾਲਾਤ ਵੀ ਕੋਈ ਚੰਗੇ ਨਹੀਂ ਗੇ। ਮੈਂ ਉਸੇ ਤੇ ਆਉਣਾ, ਇਹ ਬਿਲਕੁਲ ਇਹ ਦੇਖ ਰਹੇ ਆ ਵੀ ਸਾਨੂੰ ਫਾਇਦਾ ਕਿਵੇਂ ਹੁੰਦਾ, ਵੀ ਜੇ ਕਿਤੇ ਅਸੀਂ ਪਹਿਲਾਂ ਐਡੇ ਖੁਲਾਸੇ ਕਰਤੇ ਉਹਦੇ ਨਾਲ ਕਿਤੇ ਪੰਜਾਬ ਦਾ ਲੋਕ ਜਿਹੜਾ ਗਰੀਬ ਜਿਹੜਾ ਜੁੜਿਆ ਚੱਲਣਾ ਬਿਲਕੁਲ ਹੀ ਕਿਤੇ ਸਾਡੇ ਉਲਟ ਨਾ ਹੋ ਜੇ। ਉਹ ਅਸੈਸ ਕਰ ਰਹੇ ਆ ਵੀ ਇਸ ਚੀਜ਼ ਦਾ ਸਾਨੂੰ फायदा होगा या नुकसान होगा, उस चीज ना करनगे। आपने जो कहा मुख्यमंत्री को लेकर, आपके स्टाफ कैप्टन की बेटी बोलती है कि उनके अकाउंट में 133 करोड़ रुपया पड़ा है। ना मैं तो सिर्फ आज अपने इस ते मेरी प्रेस कॉन्फ्रेंस है, मैं किसी मुख्यमंत्री है 133 करोड़ रुपए की बात वो कह रही है, कहीं ना कहीं तो बात चली होगी ना। देखो मेरी किसी के बच्चे बारे में की जवाब दूंगा भाई जी। यार एक मिनट गल सुन यार, गल क्या जवाब ते ले लो, फिर जवाब ते ले लो भाई। जवाब क्यों नहीं भाई? जवाब नहीं लोगे यार, जवाब तो ले लो। ये जवाब दे क्वेश्चन सेम है। दसो यार प्रेस ਤੁਸੀਂ ਰੇਤਾ ਵੇਚਦੇ ਹੋ? मैं ਜਿਹੜੀ ਗੱਲ ਇੱਕ ਮਿੰਟ ਮੇਰੀ ਕਦ ਲਈ ਖਰੀਦਦੇ ਹੋ ਤੁਸੀਂ? ਕੋਈ ਐਕਟ ਲਾਣੀ ਕੀ ਕਰ ਨਹੀਂ ਤੁਸੀਂ ਕਦ? ਨਹੀਂ ਲਾਵਾਂਗੇ ਯਾਰ ਇੱਕ ਮਿੰਟ ਯਾਰ, ਗੱਲ ਮੈਂ ਬਿਲਕੁਲ ਆਪਾਂ ਕਰ ਰਹੇ ਨਾ ਯਾਰ। ਮੈਂ ਜਵਾਬ ਦਿੰਦਾ। ਦੇਖੋ ਜੇ ਕਿਸੇ ਦੇ ਵੀ ਅਕਾਊਂਟ 'ਚ ਪੈਸੇ ਆ, ਮੇਰੇ ਆ ਜਾਂ ਤੁਹਾਡੇ ਆ, ਉਹ ਸਾਰਿਆਂ ਨੂੰ ਡਿਕਲੇਅਰ ਕਰਨੇ ਪੈਂਦੇ, ਨੰਬਰ 1। ਨੰਬਰ 2, ਅਮੀਰ ਇਹ ਨਹੀਂ ਗੱਲ ਕਿ ਗਰੀਬ 5, 7, 10, 20 ਸਾਲ ਦੇ ਵਿੱਚ ਅਮੀਰ ਹੋ ਜਾਂਦਾ। ਅਸੀਂ ਉਹਨਾਂ ਅਮੀਰਾਂ ਦੀ ਗੱਲ ਕਰਦੇ ਜਿਹੜੇ ਪੁਸ਼ਤੈਨੀ ਅਮੀਰ ਬੈਠੇ ਨੇ, ਜਿਨ੍ਹਾਂ ਦੀਆਂ 4-4 ਪੀੜ੍ਹੀਆਂ ਅਮੀਰੀ 'ਚ ਹੋ ਗਈਆਂ ਨੇ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਜਿਹੜੇ ਮਖੌਲ ਡਾਉਂਦੇ ਨੇ ਉਹਦੇ ਮੰਜੇ ਪੁੰਨ ਦਾ ਵੀ, ਉਹਦੇ ਨਾਗਵਲ ਪਾਉਣ ਦਾ, ਉਹਦੇ ਬਰਸੀਨ ਕੱਟਣ ਦਾ, ਜਿਹਨੇ ਦਿਹਾੜੀਆਂ ਲਾਈਆਂ, ਉਹਨੇ ਇੱਕ ਗੱਲ ਤੇ ਸ਼ੋਅ ਕਰਤੀ ਨਾ। ਜਿੱਦਣ ਪਹਿਲੇ ਦਿਨ ਉਹਨੇ ਕਿਹਾ ਕਿ ਮੈਂ ਗਾਰਾ ਕੱਢ ਕੇ ਆਪਣੇ ਘਰ ਲਿੰਬਦਾ ਸਾਂ, ਉਹਨੇ ਦੱਸਿਆ ਆਪਣੀ ਜ਼ਿੰਦਗੀ ਦਾ। ਇਹਨਾਂ 'ਚ ਕੋਈ ਦੱਸ ਸਕਦਾ? ਇਹਨਾਂ ਦੇ ਮੇਰਾ ਖਿਆਲ ਆ ਉਸ ਘਰ ਦੇ ਲਾਗੇ ਵੀ ਨਹੀਂ ਰਹੇ ਹੋਣੇ ਜਿੱਥੇ ਕਿਤੇ ਮੱਛਰ ਮੱਖੀ ਹੋਵੇ। ਇਹ ਲੋਕ ਤੇ ਸੋਨੇ ਦਾ ਚਮਚਾ ਲੈ ਕੇ ਜੰਮੇ ਨੇ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਜਦੋਂ ਤੱਕ ਰਾਬੀਆ ਦੀ ਗੱਲ, ਬੱਚੀ ਆ, ਦੇਖੋ ਉਹਨੇ ਬੱਚੀ ਨੇ ਕਿਸ ਸੰਦਰਭ ਵਿੱਚ ਕਹੀ ਆ, ਉਹ ਕਹਿ ਸਕਦੀ ਆ। ਹੁਣ ਪੈਸੇ ਇੱਕ ਬਾਈ ਮੈਂ ਕਹਿ ਰਿਹਾ ਬ੍ਰਦਰ, ਮੇਰੀ ਗੱਲ ਨਹੀਂ। ਜੇ ਕਿਸੇ ਦੇ ਅਕਾਊਂਟ 'ਚ ਪੈਸੇ ਆ, ਉਹ ਵਾਈਟ ਹੈ ਨਾ, ਉਹ 'ਚ ਤਾਂ ਕੋਈ ਦੋ ਰਾਏ ਨਹੀਂ। ਜੇ ਕਿਸੇ ਸ਼ੋ ਤੇ ਮੇਰੀ ਦੇਖੋ, ਮੇਰੀ ਗੱਲ ਨਹੀਂ ਸਮਝਦੇ। ਦੇਖੋ ਉਹ ਤੇ ਹੁਣ ਦੇਖੋ ਜਿਹੜੀ ਗੱਲ ਹੈ, ਤੁਸੀਂ ਜਿਹੜਾ ਜਿਸ ਵਰਗ ਨੂੰ ਕੋਈ ਬਿਲੋਂਗ ਕਰਦਾ ਆ, ਉਹਦੇ ਰਿਸ਼ਤੇ ਦੇ ਬਾਈ ਜੀ, ਉਹਦੇ ਨਾਨਕੇ ਦੇਖੋ ਜਾ ਕੇ, 2 ਕਮਰਿਆਂ ਦੀ ਛੱਤ ਹੈ। ਉਹਦੇ ਦਾਦਕੇ ਦੇਖੋ ਜਾ ਕੇ ਕਿਹੜੇ ਹਾਲ ਚ ਰਹਿ ਰਹੇ। ਤੁਸੀਂ ਆਪ ਮੀਡੀਆ ਦਿਖਾਉਂਦੇ ਜੀ। ਜੇ ਅੱਜ ਮੈਨੂੰ ਦੱਸੋ, ਬਾਦਲ ਦਾ ਕੋਈ ਨਿਆਣਾ ਇਹੋ ਜਿਹਾ ਹੈਗਾ? ਸਾਰੀ ਲੜਾਈ ਸਾਰਾ ਜ਼ੋਰ ਪੰਜਾਬ ਦਾ ਇੱਕ ਮੁੱਖ ਮੰਤਰੀ 25 ਸਾਲ ਰਿਹਾ, ਉਹਦੇ ਗਾਂ ਮੁੰਡੇ ਨੂੰ ਬਣਾਉਣ ਤੇ ਲੱਗਾ ਹੋਇਆ। ਦੂਜਾ ਕਪਤਾਨ ਸਾਹਿਬ ਕਹਿੰਦੇ ਮੈਂ ਨਹੀਂ ਕੁਰਸੀ ਛੱਡਣੀ। ਜੇ ਇੱਕ ਮੱਧਮ ਪਰਿਵਾਰ ਦੇ ਬੰਦੇ ਨੂੰ ਮੌਕਾ ਮਿਲ ਗਿਆ ਤੇ ਤਕਲੀਫ ਕਿਸ ਗੱਲ ਦੀ? ਜੇ ਉਹਨੇ ਕੀਤੇ ਕੰਮ ਲਾਤੇ। ਨਹੀਂ ਤੁਸੀਂ ਕੀ ਚਾਹੁੰਦੇ ਹੋ? ਨਵਜੋਤ ਸਿੰਘ ਸਿੱਧੂ ਸਾਹਿਬ ਨੇ, ਉਹਨਾਂ ਦੀ ਪ੍ਰਮਾਤਮਾ ਨੇ ਕਿਰਪਾ ਨਾਲ, ਸਾਰਿਆਂ ਦੀ ਅਰਦਾਸਾਂ ਨਾਲ, ਉਹਨੇ ਕਰਤਾਰਪੁਰ ਸਾਹਿਬ ਲਾਂਘਾ ਐਡਾ ਵੱਡਾ, ਜਿਹੜਾ ਹਮੇਸ਼ਾ ਸਾਡੀ ਇੱਕ ਬਹੁਤ ਵੱਡੀ। Why should I? Why not? You are asking about a particular name. You are asking for. You are asking Navjot Sidhu na. You are more intelligent and more known to Punjab. You know that what I am saying. No, you are talking about security of Navjot Sidhu. That's the answer I am giving you. Langa only. No? You said Langa. I am connecting that. Why are you taking the Vadala's name here? It's okay. तो ਜਦੋਂ ਇੱਕ ਬਹੁਤ ਵੱਡਾ ਉਹਨੂੰ ਪਾਕਿਸਤਾਨ ਤੋਂ, ਇਹ ਤਾਂ ਗੱਲਾਂ ਕਹਿਣ ਦੀਆਂ, ਕਿੱਡਾ ਵੱਡਾ ਉਹਨੂੰ ਇਸ ਗੱਲ ਦਾ ਉਸ ਵੇਲੇ ਥ੍ਰੈਟ ਸੀ, ਏਜੰਸੀਆਂ ਜਾਣਦੀਆਂ ਏ। ਸਿਕਿਉਰਿਟੀ ਕਿਤੇ ਨਵਜੋਤ ਸਿੰਘ ਸਿੱਧੂ ਦੇ ਆਪਣੇ ਕਹਿਣ ਤੇ ਮਿਲਦੀ ਹੈ? ਸਿਕਿਉਰਿਟੀ ਉਹਨੇ ਤਾਂ ਮਿਨਿਸਟਰੀ ਵੀ ਨਵਜੋਤ ਸਿੰਘ ਸਿੱਧੂ ਨੇ ਕਦੀ ਛੱਡਤੀ ਸੀ।
ਤੇ ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਇੱਕ ਦਿਨ ਉਹਨਾਂ ਦੀ ਬਣਦੀ ਵੀ ਨਹੀਂ ਸੀ, ਤੇ ਜੇ ਸਿਕਿਉਰਿਟੀ ਉਹਨਾਂ ਨੂੰ ਮਿਲੀ ਸੀ ਫਿਰ ਵੀ ਉਹਦੇ ਬਾਵਜੂਦ ਵੀ, ਤਾਂ ਤੁਸੀਂ ਆਪ ਅੰਦਾਜ਼ਾ ਲਾਓ ਕੋਈ ਜੈਨੂਅਨ ਥ੍ਰੈਟ ਹੋਣਾ ਜਾਂ ਉਹ ਤਾਂ ਨਾ ਮੁੱਖ ਮੰਤਰੀ ਸੀ ਨਾ ਉਹ ਪਾਰਟੀ ਦੇ ਪ੍ਰਧਾਨ ਸੀ ਉਸ ਵੇਲੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਦੂਜੀ ਗੱਲ ਚੰਨੀ ਸਾਹਿਬ, ਯਾਰ ਆਪਾਂ ਇੱਕ ਗੱਲ ਸਮਝੋ, ਹੁਣ ਜੇ ਭਗਵੰਤ ਮਾਨ ਨੇ ਖਾਦੀ ਪੀਤੀ 'ਚ ਗੱਲ ਕਰਤੀ ਬਈ ਪਤਾ ਨਹੀਂ ਕਿੰਨੇ 100 ਕਰੋੜ, ਯਾਰ ਆਪਾਂ ਤਾਂ ਨਾ ਮੰਨੋ, ਆਪਾਂ ਤਾਂ ਯਾਰ ਸਿਆਣੇ ਆ। ਜੇ ਉਹਦੀ ਬਾਅਦ ਘਾਟ 'ਚ ਹੋ ਗਈ ਗੱਲ, ਤੁਹਾਨੂੰ ਪਤਾ ਸੈਕਟਰਿਕ ਵੱਡੇ ਤੋਂ ਵੱਡੇ ਨੂੰ ਪੁੱਛੋ, ਕਿਸੇ ਨੂੰ ਵੀ ਅੱਗੇ ਤੁਹਾਡੇ ਮੂਹਰੇ ਸੈਕਟਰਿਕ ਅਸੀਂ ਲਿਆਵਾਂਗੇ ਵੀ ਜਿਹੜਾ ਬੰਦਾ ਐਡਾ ਵੱਡਾ ਐਲਕੋਹਲਿਕ ਹੋਵੇ, ਉਹਦਾ ਮਾਈਂਡ ਦੇ ਬਾਰੇ, ਉਹਦੇ ਦਿਮਾਗ ਦੇ ਬਾਰੇ, ਉਹਦੇ ਬਾਡੀ ਦੇ ਬਾਰੇ, ਇਹ ਤਾਂ ਭਗਵੰਤ ਮਾਨ ਸਾਹਿਬ, ਮੈਂ ਆਰੋਪ ਨਹੀਂ ਕੋਈ ਲਾਉਂਦਾ, ਭਗਵੰਤ ਮਾਨ ਸਾਹਿਬ ਦਾ ਜਦੋਂ ਕੇਜਰੀਵਾਲ ਸਾਹਿਬ ਆਉਣਗੇ ਉਹਨਾਂ ਨੂੰ ਪੁੱਛਿਓ ਵੀ ਕਿਹੜੇ ਹਸਪਤਾਲ ਤੇ ਦਿੱਲੀ 'ਚੋਂ ਕਿੱਥੇ ਉਹਨਾਂ ਨੂੰ ਐਡਮਿਟ ਰੱਖਿਆ, ਕਿੱਥੇ ਉਹਨਾਂ ਦਾ ਇਲਾਜ ਕਰਾਇਆ। ਇਸ ਕਰਕੇ ਤੁਸੀਂ ਉਹ ਪੁੱਛਿਓ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਤੋੜ ਰਹੇ ਆ ਉਹਨੂੰ। ਅੱਜ ਭਗਵੰਤ ਮਾਨ ਦੀ, ਇੱਕ ਮਿੰਟ, ਅੱਜ ਭਗਵੰਤ ਮਾਨ ਦੀ ਆਵਾਜ਼ ਸੁਣਿਓ, ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਉਹਨਾਂ ਦੇ 6 ਮਹੀਨੇ ਪਹਿਲਾਂ ਵੀਡੀਓ ਕਲਿੱਪਸ ਕੱਢਿਓ ਤੁਹਾਡੇ ਮੂਹਰੇ ਜਦੋਂ ਬੋਲਦੇ ਸੀ, ਅੱਜ ਦੇਖਿਓ ਵੀ ਉਹ ਕਿਸ ਤਰੀਕੇ ਨਾਲ ਬੋਲਦੇ ਆ, ਕਿੰਨਾ ਸਲੋ ਹੋਏ ਆ, ਕਿੰਨਾ ਮਤਲਬ ਤੁਸੀਂ ਸਮਝਦੇ ਨਹੀਂ ਇਸ ਗੱਲ ਨੂੰ ਵੀ ਕਿੰਨਾ ਉਹਨਾਂ ਨੂੰ ਉੱਥੇ ਟ੍ਰੀਟਮੈਂਟਾਂ ਕਰਾ ਕੇ, ਕਿਉਂਕਿ ਕੋਈ ਬੰਦਾ ਨਹੀਂ ਸੀ, ਕੋਈ ਬੰਦਾ ਹੀ ਜਦੋਂ ਸਾਰੇ ਹੀ ਖਤਮ ਕਰਤੇ। ਅੱਜ ਕਿੱਥੇ ਆ ਖਹਿਰਾ ਸਾਹਿਬ, ਅੱਜ ਕਿੱਥੇ ਆ ਫੂਲਕਾ ਸਾਹਿਬ, ਮੇਰੇ ਨਾਲ ਹੀ ਇਲੈਕਸ਼ਨ ਲੜੇ ਸੀ। ਅੱਜ ਯਾਰ ਤੁਸੀਂ ਇਹ ਦੇਖੋ ਕਿੱਥੇ ਆ ਧਰਮਵੀਰ ਗਾਂਧੀ, ਅੱਜ ਸਾਰੇ ਬੰਦੇ ਤਾਂ ਖਤਮ ਕਰਤੇ। ਅੱਜ ਕਿੱਥੇ ਆ ਖਾਲਸਾ ਜੀ, ਤੇ ਅੱਜ ਕੋਈ ਸਿਰਫ ਸਾਰੀ ਮਾਰ ਕੇ, ਨਾਲੇ ਸਾਡੀ ਪੰਜਾਬ ਦੀ ਲੜਾਈ ਭਾਈ ਹਰਿਆਣੇ ਨਾਲ ਆ। ਅਸੀਂ ਇੱਕ ਹਰਿਆਣਵੀ, ਜਿਹੜਾ ਕੇਜਰੀਵਾਲ ਸਾਹਿਬ ਨੇ ਉਹ ਹਰਿਆਣਵੀ ਨੇ, ਜਿਨ੍ਹਾਂ ਨਾਲ ਸਾਡੀ ਬੋਲੀ ਦੀ ਲੜਾਈ, ਜਿਹਦੇ ਨਾਲ ਸਾਡੀ ਪਾਣੀਆਂ ਦੀ ਲੜਾਈ, ਜਿਹਦੇ ਨਾਲ ਸਾਡੀ ਪਿੰਡਾਂ ਦੀ ਜਿਹੜੀ ਆ ਉਹਦੀ ਪੰਜਾਬੀ ਬੋਲਦੇ ਆ ਲੜਾਈ, ਤੇ ਇਹ ਰਾਜਧਾਨੀ ਚੰਡੀਗੜ੍ਹ ਦੀ ਲੜਾਈ। ਜੇ ਇੱਕ ਹਰਿਆਣਵੀ ਨੂੰ ਤੁਸੀਂ ਇਹ ਬਣਾ ਕੇ ਉਹਦੇ ਮੁੱਖ ਮੰਤਰੀ ਦੀ ਉਹਦੀ ਸਟੈਂਪ ਆ ਜਿਹੜੀ ਇਹ ਆ, ਅਸੀਂ ਬਰਬਾਦ ਕਰਨਾ ਆਪਣਾ ਪੰਜਾਬ, ਕੌਣ ਪਾਣੀ ਦਊ? ਇਹ ਕਹਿਣਾ ਤੇ ਸਟੈਂਡ ਕਲੀਅਰ ਕਰਨਾ ਆਪਣਾ। 10 ਕਰੋੜ ਰੁਪਏ ਜਿਹੜਾ ਮਿਲਿਆ, ਜਿਹੜਾ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਨੇ ਪਲਾਨ ਕੀਤਾ, ਉਹ ਇਹ ਕਿਹਾ ਜਾ ਰਿਹਾ ਪੈਸਾ ਸਾਰਾ ਟ੍ਰਾਂਸਫਰ ਦਾ ਸੀਗਾ ਔਰ ਖਨਨ ਦਾ। ਕਿੱਥੇ ਕਿਹਨੇ ਪ੍ਰੈਸ ਕਾਨਫਰੰਸ ਕੀਤੀ ਆ? ਨਹੀਂ ਕਿਹਨੇ ਕਿਹਾ? ਕਿੱਥੇ ਪ੍ਰੈਸ ਕਾਨਫਰੰਸ ਕੀਤੀ ਆ? ਤੁਹਾਨੂੰ ਕੀ ਲੱਗਦਾ ਕਿ ਮਨੀ ਨੂੰ ਮੋਹਰਾ ਬਣਾ ਕੇ ਕਿਆ ਸੀਐਮ ਚੰਨੀ ਤੇ ਆਪਾਂ ਦੀ ਕੋਸ਼ਿਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਪੂਰੀ ਬੀਜੇਪੀ ਵੱਲੋਂ ਕਰ ਲਈ ਗਈ? ਮੈਂ ਕਿਹਾ ਐਨਾਲਾਈਜ਼ ਕਰ ਰਹੇ ਆ, ਟੋਟਲ ਐਨਾਲਾਈਜ਼ ਕਰ ਰਹੇ ਆ, ਤਾਂ ਹੀ ਤੁਹਾਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਬਈ। ਪਹਿਲਾਂ ਇਲੈਕਸ਼ਨਾਂ ਤੋਂ ਜੇ ਆਪਾਂ ਕਰੀਏ ਤਾਂ ਬੀਜੇਪੀ ਨੂੰ ਕੀ ਫਾਇਦਾ ਹੋਏਗਾ, ਜੇ ਚੰਨੀ ਨੂੰ ਹੱਥ ਪਾਉਣ ਦਾ ਕੀ ਨੁਕਸਾਨ ਹੋਏਗਾ, ਉਹ ਟੋਟਲ ਹਜੇ ਇਸ ਗੱਲ 'ਚ ਪ੍ਰਾਈਮ ਮਿਨਿਸਟਰ ਦੀ ਫੇਰੀ ਤੋਂ ਪਹਿਲਾਂ ਉਹ ਟੋਟਲ ਐਨਾਲਾਈਜ਼ ਕਰ ਰਹੇ ਆ। ਨਹੀਂ ਇਹ ਪੰਜਾਬ ਹੋਣ ਦੇ ਦੂ ਗ੍ਰਿਫਤਾਰ ਚਰਨਜੀਤ ਚੰਨੀ ਨੂੰ। ਅਸੀਂ ਆਉਣ ਦੇਣਗੇ ਲੋਕ, ਮਤਲਬ ਨਹੀਂ। ਕੈਂਡੀਡੇਟਾਂ ਨੂੰ ਜੋ ਦਿੱਤੀ ਜਾ ਰਹੀ ਹੈ, ਅੱਜ ਭਗਵੰਤ ਮਾਨ ਦੀ ਰੈਲੀ ਦੇ ਉੱਤੇ, ਰੋਡ ਸ਼ੋਅ ਦੇ ਉੱਤੇ ਜਿਹੜਾ ਉਹਨਾਂ ਤੇ ਹਮਲਾ ਹੋਇਆ ਹੈ, ਇੱਕ ਕਿਸੇ ਤਰ੍ਹਾਂ ਦਾ ਵੀ ਹਮਲਾ, ਉਹ ਤਾਂ ਕਹਿੰਦੇ ਸੀ ਮੇਰੇ ਤੇ ਬੜੇ ਫੁੱਲ ਆਉਂਦੇ ਆ ਬਈ, ਅੱਜ ਕਿੱਥੋਂ ਆ ਗਏ? ਛੋਟਾ ਹਮਲਾ ਹੈ, ਕੱਲ ਨੂੰ ਵੱਡਾ ਵੀ ਹੋ ਸਕਦਾ। ਮਾਨ ਸਾਹਿਬ ਦੇ ਆਪ ਹੀ ਕਰਾਇਆ ਹੋਣਾ, ਉਹਨਾਂ ਤੇ ਕਿਹੜਾ ਹਮਲਾ ਕਰੂਗਾ ਯਾਰ? ਜਿਵੇਂ ਮੁੱਖ ਮੰਤਰੀ ਨਹੀਂ ਕਰਵਾਉਂਦਾ ਸੀ ਆਪਣੇ ਕੇਜਰੀਵਾਲ ਲਿੰਕ ਸਟਾ ਲੈਂਦਾ ਸੀ, ਕਦੇ ਕੁਝ ਸਟਾ ਲੈਂਦਾ, ਉਹ ਆਪ ਹੀ ਸਟਾਇਆ ਹੁਣ। ਦੇਖੋ ਜਦੋਂ ਅਸੀਂ ਆ ਗਏ ਤੁਹਾਡੇ ਮੂਹਰੇ, ਨਾ ਕੋਈ ਰੁੱਸਿਆ ਰਹੂਗਾ, ਤੇ ਇਹ ਕਾਂਗਰਸ ਪਾਰਟੀ ਆ, ਇਹ ਦਿਨ ਪਰ 100% ਬਸੀ ਬਈ ਇੱਕ ਗੱਲ ਸੁਣੋ, ਇੱਕ ਗੱਲ ਇਹ ਚ ਉਹ ਗਲਤ ਕੀ ਕਹਿ ਰਹੇ ਆ? ਪਾਰਟੀ ਉਹਨਾਂ ਨੂੰ ਕੋਈ ਪ੍ਰੋਗਰਾਮ ਜਿੱਥੇ ਲੋੜ ਹੋਏਗੀ, ਸੁਣੋ ਜਿੱਥੇ ਲੋੜ ਹੋਏਗੀ ਉਹਨਾਂ ਦੇ ਹੈਲੀਕਾਪਟਰ ਵੀ ਤਿਆਰ ਖੜਾ ਹੈ ਪਾਰਟੀ ਦਾ, ਜਿਵੇਂ ਚੰਨੀ ਜੀ ਤੇ ਜਿੱਦਣ ਰਾਹੁਲ ਗਾਂਧੀ ਜੀ, ਜਿੱਦਣ ਪ੍ਰਿਯੰਕਾ ਗਾਂਧੀ ਜੀ, ਉਹਨਾਂ ਦੇ 4-5 ਦਿਨ ਦੇ ਅੱਗੇ ਪ੍ਰੋਗਰਾਮ ਨੇ, ਤੇ ਉਹਨਾਂ ਨੂੰ ਆਪਣੇ ਵਿਧਾਨ ਸਭਾ ਚੋਂ ਉਹ 4-5 ਦਿਨ ਉਹਨਾਂ ਨਾਲ ਜਿੱਥੇ ਵੀ ਕੰਪੇਨ ਤੇ ਆ ਪੀਸੀਸੀ ਪ੍ਰਧਾਨ ਨੇ ਰਹਿਣਾ ਹੈ, ਤੇ ਇਸ ਕਰਕੇ ਉਦੋਂ ਪਹਿਲਾਂ ਉਹ ਆਪਣੇ ਕੰਪੇਨ ਕਰ ਰਹੇ ਆ। ਚਲੋ ਹੁਣ ਇਹ ਤਾਂ ਤੁਸੀਂ ਪ੍ਰੈਸ ਵਾਲੇ ਹੋ, ਤੁਸੀਂ ਸੁਣੋ ਦੇਖੋ ਮੇਰਾ ਜਾਤੀ ਪਾਰਟੀ ਤੋਂ ਵੀ ਉੱਤੇ ਰਿਸ਼ਤਾ ਹੈ ਬਸੀ ਨਾਲ, ਕੁੱਕੂ ਜੀ ਨਾਲ ਵੀ ਸਰਦਾਰ ਬੇਅੰਤ ਸਿੰਘ ਜੀ ਹੁਣਾਂ ਦਾ ਰਿਸ਼ਤਾ ਹੈ, ਤੇ ਮੈਂ 100% ਇਹ ਕਹਿਣਾ ਵੀ ਜਦੋਂ ਇਹ ਲੜਾਈਆਂ ਇਲੈਕਸ਼ਨਾਂ ਤੋਂ ਪਹਿਲਾਂ ਹੁੰਦੀਆਂ ਹੈ, ਉਹ ਚਲਦੀਆਂ ਨੇ, ਹਰੇਕ ਨੇ ਆਪਣੇ ਅਹੁਦੇ ਖਾਤਰ ਲੜਨਾ, ਹਰ ਨੇ ਆਪਣੀ ਸੀਟ ਖਾਤਰ ਲੜਨਾ ਹੈ, ਇੱਕ ਜਗ੍ਹਾ 10 ਕੈਂਡੀਡੇਟ ਹੁੰਦੇ ਆ। ਜਦੋਂ ਇੱਕ ਵਾਰ ਇਲੈਕਸ਼ਨ ਚੱਲ ਪਈ, ਉਦੋਂ ਬਾਅਦ ਕਿਸੇ ਦਾ
ਉਹ ਇਹ ਹੋ ਸਕਦਾ ਵੀ ਉਹ ਕਿਸ ਜੇ ਉਹ ਇੱਧਰ ਨਹੀਂ ਤਾਂ ਇੱਧਰ ਜ਼ਿਆਦਾ ਜ਼ੋਰ ਲਾ ਲੂ, ਇੱਧਰੋਂ ਨਹੀਂ ਇੱਧਰ ਜ਼ਿਆਦਾ ਲਓ, ਵਿਰੋਧ ਕੋਈ ਨਹੀਂ। ਸਿੱਧੂ ਪਰਿਵਾਰ ਦਾ ਇਹ ਕੰਮ ਲਾਇਆ ਕਿ ਦਿਨੇਸ਼ ਬੱਸੀ ਨੇ ਸਾਡੇ ਹਲਕੇ ਦੇ ਕੰਮ ਰੋਕੇ ਨੇ। ਸਿੱਧੂ ਸਾਹਿਬ ਉਹਨਾਂ ਨੂੰ ਮਿਲਣ ਜਾ ਰਹੇ ਤੁਸੀਂ ਕਹਿ ਰਹੇ ਹੋ ਮਨੀ ਦਾ ਜ਼ਿਕਰ ਕਰ ਰਹੇ ਹੋ ਬਾਰ-ਬਾਰ ਕਿ ਮਨੀ ਨੂੰ ਫਸਾਇਆ ਜਾ ਰਿਹਾ, ਲੇਕਿਨ ਚਰਨਜੀਤ ਸਿੰਘ ਚੰਨੀ ਖੁੱਲ ਕੇ ਕਿਉਂ ਨਹੀਂ ਬੋਲ ਰਹੇ ਹਨੀ ਨੂੰ ਲੈ ਕੇ? ਕਿਉਂਕਿ ਉਹਨਾਂ ਦੇ ਵੱਲੋਂ ਇੱਕੋ ਹੀ ਚੀਜ਼ ਬਿਆਨ ਦਿੱਤੀ ਗਈ ਸੀ ਕਿ ਰਿਸ਼ਤੇਦਾਰ ਨਾਲ ਕੀਤਾ, ਉਹਦਾ ਠੇਕਾ ਮੈਂ ਨਹੀਂ ਲਿੱਤਾ। ਇਸ ਤਰੀਕੇ ਦਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ। ਦੇਖੋ ਤੇ ਉਹ ਖੁੱਲ ਕੇ ਕਿਉਂ ਨਹੀਂ ਬੋਲੇ? ਚੰਨੀ ਸਾਹਿਬ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੇ ਇਸ ਨੂੰ ਲੈ ਕੇ? ਬੇਟਾ ਉਹ ਤਾਂ ਹਰ ਗੱਲ ਤੇ ਹੀ ਖੁੱਲੇ, ਉਹਦਾ ਤਾਂ ਲੁਕਿਆ ਹੀ ਕੁਝ ਨਹੀਂ ਹੋਇਆ। ਚੰਨੀ ਜਾਸ ਦਾ ਤਾਂ ਲੁਕਿਆ ਹੀ ਕੁਝ ਨਹੀਂ ਹੋਇਆ। ਜੇ ਤੁਸੀਂ ਕੋਈ ਸਪੈਸੀਫਿਕ ਸਵਾਲ ਪੁੱਛਣਾ ਤਾਂ ਮੈਂ ਚੰਨੀ ਜੀ ਨੂੰ ਹੁਣੀ ਕਹਿ ਦਿੰਨਾ ਵੀ ਅੰਮ੍ਰਿਤਸਰ ਦੇ ਆ ਫਲਾਨਾ ਪ੍ਰੈਸ ਵਾਲਾ ਵੀ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ। ਪੱਤਰਕਾਰ ਉਹਨਾਂ ਨੂੰ ਸਵਾਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਮੇਰੇ ਰਿਸ਼ਤੇਦਾਰ ਨੇ, ਮੇਰਾ ਉਹਨਾਂ ਨਾਲ ਕੋਈ ਨਹੀਂ, ਬੇਟੇ ਦਾ ਅੱਜ ਦੇ ਜ਼ਮਾਨੇ 'ਚ ਬੇਟੇ ਦਾ ਵੀ ਕੋਈ ਗਾਰੰਟੀ ਲੈਂਦਾ ਤੇ ਮੈਂ ਉਹਨਾਂ ਦੀ ਕਿੱਥੋਂ ਲਵਾਂ? ਨਹੀਂ ਚਲੋ ਇਹ ਗੱਲ ਮੈਂ ਵੀ ਸੁਣਿਆ ਉਹਨਾਂ ਦਾ ਬਿਆਨ, ਪਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਇਹ ਸਾਨੂੰ ਤੇ ਇਹ ਮਤਲਬ ਪਾਰਟੀ ਸਾਰੇ ਇਕੱਠੇ ਹੋ ਕੇ ਉਹਨਾਂ ਵੱਲੋਂ ਹੀ ਸਾਰੀ ਇਹ ਪ੍ਰੈਸ ਵਗੈਰਾ ਜੋ ਇੰਟਰੋਗੇਸ਼ਨ ਹੋਈ ਆ ਉਹਨਾਂ ਵੱਲੋਂ ਆ। ਹੁਣ ਉਹ ਚਰਨਜੀਤ ਚੰਨੀ ਇੰਨਾ ਕਮਜ਼ੋਰ ਨਹੀਂਗਾ ਵੀ ਉਹ ਐਵੇਂ ਰੋਂਦਾ ਫਿਰੇ, ਮੀਮ ਕਰਦਾ ਫਿਰੇ। ਬਿੱਟੂ ਜੀ ਮੇਰਾ ਇੱਕ ਸਵਾਲ ਹੈ ਜੀ। 100% ਸਾਰੇ ਅੰਮ੍ਰਿਤਸਰ ਚਾਉਣਗੇ। ਬਸੀ 100% ਪ੍ਰਚਾਰ ਸਾਰੇ ਪੰਜਾਬ 'ਚ ਕਰੂਗਾ, ਅੰਮ੍ਰਿਤਸਰ 'ਚ ਵੀ ਕਰੂਗਾ ਤੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਜਾਊਗੀ, ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ। ਇਹ ਸਿੱਧੂ ਸਾਹਿਬ ਦਾ ਪ੍ਰਚਾਰ ਵੀ ਕਰਨਗੇ ਤੇ ਦੂਜੇ ਸੀਟਾਂ ਦਾ ਵੀ ਕਰਨਗੇ। ਮੇਰਾ ਸਵਾਲ ਆ, ਤੁਸੀਂ 3 ਬੰਦੇ ਤੁਹਾਡਾ ਲੱਗਾ ਬੰਦੇ ਐਮਪੀ, ਤੁਸੀਂ ਔਜਲਾ ਜੀ ਤੇ ਡਿੰਪਾ ਤੁਹਾਡਾ ਇੱਕ ਬੰਦਾ ਕਾਲੀ ਦਲ ਖੋ ਕੇ ਲੈ ਗਏ ਨੇ, ਤੇ ਹੁਣ ਅੱਗੋਂ ਕੀ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਜੀ? ਜਾਂ ਕਿੱਥੇ ਖੋ ਕੇ ਲੈ ਗਏ ਆ? ਉਹ ਤਾਂ ਹੁਣ ਅਸੀਂ ਉਹਨਾਂ ਕੋਲ ਜਾ ਰਹੇ ਆ, ਮਿਲਣ ਜੱਫੀਆਂ ਪਾਉਣੀਆਂ ਹੋਣੀਆਂ ਅਸੀਂ। ਯਾਰ ਹੁਣ ਐ ਤਾਂ ਬਾਜਵਾਈ ਦਾ ਭਰਾ ਬੀਜੇਪੀ ਚੋਂ ਲੜ ਰਿਹਾ। ਇਹ ਮਨਪ੍ਰੀਤ ਬਾਦਲ ਸਾਡੇ ਕੋਲ ਸੁਖਬੀਰ ਬਾਦਲ ਦਾ ਸਖਾ। ਸੰਸਦ ਸਾਹਿਬ ਜਾ ਕੇ ਸੁਖਬੀਰ ਨੂੰ ਮਿਲ ਰਹੇ ਨੇ ਹੋਟਲ ਦੇ ਵਿੱਚ। ਨਹੀਂ ਇਹ ਬਿਲਕੁਲ ਗਲਤ ਗੱਲ ਹੈ। ਬਿਲਕੁਲ ਹੁਣ ਇਹ ਮੁੱਦੇ ਜ਼ਿਆਦਾ ਹੋ ਗਏ। ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੱਕ ਸੀਗੀ ਬਸੀ ਸਾਹਿਬ ਤੇ, ਇਸੇ ਕਰਕੇ ਤੁਸੀਂ ਮਨਾਉਣ ਕਰਕੇ ਆਏ ਹੋ, ਕਿਉਂਕਿ ਮਨਾਉਣ ਖਾਤਰ ਇਹ ਆਪ ਜਵਾਬ ਦੇਣਗੇ, ਰਣਜੀਤ ਬਿੱਟੂ ਆਪ ਜਵਾਬ ਦੇਣਗੇ। ਮੇਰੇ ਤੇ ਕਿਸੇ ਦੀ ਕੋਈ ਹੱਕ ਨਹੀਂ ਸੀ। ਮੈਂ ਕਾਂਗਰਸੀ ਹਾਂ ਔਰ ਸਾਰੀ ਜ਼ਿੰਦਗੀ ਕਾਂਗਰਸ ਰੋਕੇ ਦਾ